2022 ਦੇ ਚੋਣਾਂ ਨੂੰ ਲੈ ਕੇ ਪੋਲੀਟੀਕਲ ਪਾਰਟੀਆਂ ਨੇ ਕਮਰ ਕੱਸ ਲਈ ਹੈ ਤੇ तमाम ਪਾਰਟੀਆਂ ਦਾਅਵੇ ਕਰ ਰਹੀਆਂ ਨੇ ਸਰਕਾਰ ਬਣਾਉਣ ਦੇ। ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਵੀ ਤਿਆਰੀ ਖਿੱਚੀ ਹੈ। ਉਹਨਾਂ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਹਾਇਰ ਕੀਤਾ ਹੈ ਤੇ ਪ੍ਰਸ਼ਾਂਤ ਕਿਸ਼ੋਰ ਨੇ ਵਿਧਾਇਕਾਂ ਦੇ ਨਾਲ ਕੱਲ ਮੀਟਿੰਗ ਵੀ ਕੀਤੀ ਹੈ। ਇਸ ਦੇ ਨਾਲ ਹੀ ਅੱਜ ਵੀ ਵੱਡੀ ਖਬਰ ਹੈ ਕਿ 5 ਅਧਿਕਾਰੀਆਂ ਤੇ ਕਾਰਵਾਈ ਕੀਤੀ ਹੈ ਜਿਹੜੇ ਕਿ ਡਰੱਗ ਰੈਕਟ ਦਾ ਜੋ ਮਸਲਾ ਸੀ, ਗੁਰਜੀਤ ਰਾਣੋ ਦੇ ਨਾਲ ਜੋ ਜੁੜਿਆ ਹੋਇਆ ਮਸਲਾ ਸੀ, ਉਸ ਦੇ ਨਾਲ ਸੰਬੰਧਿਤ ਜੋ ਕੇਸ ਸੀ ਉਸ ਤੇ 5 ਅਫਸਰਾਂ ਤੇ ਕਾਰਵਾਈ ਕੀਤੀ ਹੈ। ਸੁਖਜਿੰਦਰ ਸਿੰਘ ਰੰਧਾਵਾ ਸਾਡੇ ਨਾਲ ਮੌਜੂਦ ਨੇ, ਜੇਲ੍ਹ ਮਿਨਿਸਟਰ ਨੇ। ਰੰਧਾਵਾ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ, 1 ਸਾਲ ਰਹਿ ਗਿਆ ਸਰਕਾਰ ਦੇ ਵਿੱਚ, ਉਸ ਤੋਂ ਪਹਿਲਾਂ ਵੱਡੀ ਕਾਰਵਾਈ ਅਧਿਕਾਰੀਆਂ ਤੇ ਕੀਤੀ ਹੈ ਕਿ ਜੋ ਡਰੱਗਸ ਰੈਕਟ ਦੇ ਸੰਬੰਧ ਤੇ ਕੇਸ ਸੀਗਾ? ਦੇਖੋ, ਕੈਪਟਨ ਸਾਹਿਬ ਨੇ ਕਦੀ ਵੀ ਕੰਪਰੋਮਾਈਜ਼ ਨਹੀਂ ਕੀਤਾ। ਇਹੋ ਜਿਹੇ ਜਿਹੜੇ ਆਫੀਸਰ ਕਿਸੇ ਵੀ ਐਂਟੀ ਸੋਸ਼ਲ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਦੇ ਵਿੱਚ ਜਿਹੜੇ ਇਨਵੋਲਵ ਨੇ, ਤੇ ਬਿਲਕੁਲ ਇਹ ਜਿਹੜਾ ਡਰੱਗਸ ਦੇ ਉੱਤੇ ਜਿਹੜਾ ਕੀਤਾ ਉਹਨੂੰ ਕਦੀ ਵੀ ਅਸੀਂ ਨਹੀਂ ਰੱਖਿਆ ਕਿ ਜਿਹੜੇ ਡਰੱਗਸ ਦੇ ਵਿੱਚ ਇਨਵੋਲਵ ਨੇ ਉਹਨਾਂ ਦੇ ਨਾਲ ਗਵਰਨਮੈਂਟ ਕੋਈ ਨਰਮਾਈ ਕਰੇਗੀ। ਹਮੇਸ਼ਾ ਹੀ ਸਖਤਾਈ ਵਾਲੇ ਪਾਸੇ ਚੱਲੇ ਆ ਔਰ ਜਿਹੜੀ ਕਸਮ ਸੀਗੀ ਕਿ ਮੈਂ ਡਰੱਗ ਜਿਹੜੀ ਹੈ ਇਹਨੂੰ ਨਸ਼ੇ ਨੂੰ ਖਤਮ ਕਰਾਂਗਾ ਪੰਜਾਬ ਦੇ ਵਿੱਚ, ਇਹ ਤਾਂ ਹੀ ਖਤਮ ਹੋਣਾ ਜੇ ਮੈਂ ਪਹਿਲੇ ਦਿਨ ਕਿਹਾ ਸੀ ਕਿ ਜਿਸ ਦਿਨ 3 ਚੀਜ਼ਾਂ ਦਾ ਇਹ ਨੈਕਸਸ ਬਣਦਾ, ਪੋਲੀਟੀਕਲ ਔਰ ਜਿਹੜੇ ਕ੍ਰਿਮੀਨਲਸ ਔਰ ਪੁਲਿਸ, ਤਿੰਨਾਂ ਦਾ ਨੈਕਸਸ ਬਣਿਆ। ਇਹ ਜਿਹੜਾ ਰਾਣੂ ਸਰਪੰਚ ਸੀਗਾ ਇਹ ਪੋਲੀਟੀਕਲ ਸੀਗਾ, ਨਾਲ ਇਹਦੇ ਨੈਕਸਸ ਦੇ ਵਿੱਚ ਰਲ ਗਿਆ, ਨਾਲ ਪੁਲਿਸ ਜਿਹੜੀ ਆ ਉਹ ਨਾਲ ਰਲ ਗਈ, ਤੇ ਇਹ ਜਿਹੜਾ ਨੈਕਸਸ ਤੋੜਿਆ ਔਰ ਇਹਨੂੰ ਤੋੜਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਔਰ ਮੇਰਾ ਖਿਆਲ ਹੈ ਕਿ FIR ਜਿਹੜੀ ਇਹਨਾਂ ਦੇ ਉੱਤੇ ਜਿਹੜੀ ਇਹਨਾਂ ਨੂੰ ਸਸਪੈਂਸ਼ਨ ਦੇ ਨਾਲ ਇਮੀਡੀਏਟਲੀ FIR ਵੀ ਹੋਣੀ ਚਾਹੀਦੀ ਸੀ। ਔਰ ਇਹਨਾਂ ਨੂੰ ਜੋ ਕ੍ਰਾਈਮ ਇਹਨਾਂ ਨੇ ਕੀਤਾ, ਖਾਕੀ 'ਚ ਵਰਦੀ 'ਚ ਰਹਿ ਕੇ ਜੋ ਕ੍ਰਾਈਮ ਕਰਨਾ, ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਪਾਸੇ ਤੇ ਅਸੀਂ ਜਿਹੜਾ ਡਿਪਾਰਟਮੈਂਟ ਉਹਨਾਂ ਚੀਜ਼ਾਂ ਨੂੰ ਰੋਕਣਾ ਚਾਹੁੰਦਾ ਉਹੀ ਆਫੀਸਰ ਜਿਹੜੇ ਆ ਇਨਵੋਲਵ ਹੋ ਜਾਣ। ਇਹ ਪੰਜਾਬ ਪੁਲਿਸ ਲਈ ਕਾਲਾ ਧੱਬਾ ਵਾ। ਔਰ ਜਿਹੜੀਆਂ ਇਹੋ ਜਿਹੀਆਂ ਗੰਦੀਆਂ ਮੱਛੀਆਂ ਹੁੰਦੀਆਂ ਨੇ ਉਹ ਇਹ ਪੰਜਾਬ ਪੁਲਿਸ ਹੋਆ ਜਿਹਨੇ ਪੰਜਾਬ ਦਾ ਟੈਰਰਿਜ਼ਮ ਖਤਮ ਕੀਤਾ ਸੀ। ਇਹ ਪੰਜਾਬ ਪੁਲਿਸ ਹੋਆ ਜਿਨ੍ਹਾਂ ਨੇ ਬਦਮਾਸ਼ੀ ਨੂੰ ਖਤਮ ਕਰਨ ਦਾ ਪਲੇਜ ਲਿਆ। ਤੇ ਜੇ ਅਸੀਂ ਇਹਨਾਂ ਚੀਜ਼ਾਂ 'ਚ ਹੀ ਆ ਗਏ, ਇਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹਾਂ, ਚੀਫ ਮਿਨਿਸਟਰ ਸਾਹਿਬ ਨੇ ਇਮੀਡੀਏਟਲੀ ਇਹਨਾਂ ਆਫੀਸਰਜ਼ ਨੂੰ ਸਸਪੈਂਡ ਕੀਤਾ। ਔਰ ਜਿਸ ਦਿਨ ਇਹ ਚੀਜ਼ ਆਈ ਸੀ ਉਸ ਦਿਨ ਵੀ ਰੌਲੀ ਪਈ ਸੀ ਕਿ ਇਹਨਾਂ ਦੇ ਜਿਹੜੇ ਪੁਲਿਸ ਦੇ ਨਾਲ ਇਸ ਆਦਮੀ ਦੇ, ਮੈਂ ਬੜੀ ਹੈਰਾਨਗੀ ਦੀ ਗੱਲ ਹੈ ਕਿ ਜਿੰਨੀਆਂ ਲਗਜ਼ਰੀ ਉਹਦੇ ਕੋਲ ਗੱਡੀਆਂ ਖੜੀਆਂ ਜਾਂ ਉਹਦਾ ਘਰ ਰਿਹਾ, ਤੇ ਸਾਡੀ ਪੰਜਾਬ ਪੁਲਿਸ ਜੇ ਸੁੱਤੀ ਹੋਏਗੀ ਇਹ ਦੇਖਣਾ ਚਾਹੀਦਾ। ਪੁਲਿਸ ਦੀਆਂ ਗੱਡੀਆਂ ਵੀ ਚੱਲਦੀਆਂ ਸੀ ਨਾਲ ਸਰਪੰਚ ਦੇ। ਮੈਂ ਕਿਹਾ ਜੀ ਬਿਲਕੁਲ, ਜੋ ਸੁਣਿਆ ਮੈਂ ਜੋ ਦੇਖਿਆ ਜਾਂ ਉਹਦੀ ਫੋਟੋਗ੍ਰਾਫਸ ਤੇ ਮੈਂ ਉਹੀ ਕਹਿ ਸਕਦਾ। ਤੇ ਇਹੋ ਜਿਹੇ ਮੈਨੂੰ ਇੱਕ ਚੀਜ਼ ਦੀ ਬੜੀ ਅਫਸੋਸ ਆ ਕਿ ਜਿਹੜੇ ਉਸ ਟਾਈਮ ਦੇ DIC ਜਾਂ ਹੁਣ IG ਨੇ, ਕਿ ਇਹਨਾਂ ਦੇ ਪਰਿਵਾਰ ਦੀ ਬੜਾ ਵੱਡਾ ਨਾਂ ਸੀ। ਜਥੇਦਾਰ ਉਮਰਾ ਨੰਗਲ ਦੀ ਕੋਈ ਕਸਮ ਨਹੀਂ ਸੀ ਖਾਂਦਾ, ਤੇ ਅੱਜ ਉਹਦਾ ਗ੍ਰੈਂਡਸਨ ਜੀ ਇਹੋ ਜਿਹੀਆਂ ਚੀਜ਼ਾਂ ਚਾਹੁੰਦਾ ਤੇ ਉਹਨਾਂ ਦੀ ਆਤਮਾ ਨੂੰ ਵੀ ਦੁੱਖ ਲੱਗਦਾ। ਤੇ ਮੇਰੇ ਵਰਗੇ ਵੀ ਜਿਹੜੇ ਅਸੀਂ ਉਦੋਂ ਜਦੋਂ ਲੰਘਦੇ ਸੀਗੇ ਤੇ ਉਹਨਾਂ ਦੀ ਸਮਾਧੀ ਵੀ ਬਣੀ ਆ ਉੱਥੇ ਮੇਨ ਰੋਡ ਦੇ ਉੱਪਰ। ਤੇ ਇਹਨਾਂ ਚੀਜ਼ਾਂ ਦਾ ਸਾਨੂੰ ਖਾਸ ਕਰਕੇ ਜਿਹੜਾ ਪੁਲਿਸ 'ਚ ਆ ਜਾਂਦਾ ਜਾਂ ਪੋਲੀਟੀਕਲ ਆ ਜਾਂਦਾ, ਪੁਲਿਸ ਦੇ ਵਿੱਚ ਜਾਂ ਪੋਲੀਟੀਕਲ ਆਦਮੀਆਂ ਦੀ ਜਿਹੜੀ ਫੈਮਿਲੀਜ਼ ਨੇ, ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਆਪਣੇ ਬਜ਼ੁਰਗਾਂ ਦੀ ਪੱਗ ਨੂੰ ਦਾਗ ਨਹੀਂ ਲਾਉਣਾ ਚਾਹੀਦਾ। ਪੈਸਾ ਤੇ ਬੜੀ ਹੱਥਾਂ ਦੀ ਮੈਲ ਹੈ, ਜਦੋਂ ਆਈ ਖਤਮ ਹੋ ਜਾਣੀ ਹੈ, ਪਰ ਜਿਹੜੀ ਮੋਟੀਆਂ ਤਨਖਾਹਾਂ ਨੇ ਉਸ ਦੇ ਬਾਵਜੂਦ ਵੀ ਇਨਵੋਲਵ ਹੋ ਜਾਂਦੇ ਨੇ ਕਰਪਸ਼ਨ। ਹਾਂਜੀ, ਮੋਟੀਆਂ ਤਨਖਾਹਾਂ ਦੇ ਬਾਵਜੂਦ ਵੀ ਜਿਹੜਾ ਬੰਦਾ ਗ੍ਰੀਡੀ ਹੋ ਜੇ ਉਹਨੂੰ ਤਨਖਾਹ ਛੱਡ ਕੇ ਕੁਝ ਹੋਰ ਵੀ ਜਿਹੜੀ ਆ, ਜਦੋਂ ਬੰਦਾ ਦੀ ਭੁੱਖ ਵੱਧ ਜਾਂਦੀ ਆ, ਜਿੰਨੀ ਭੁੱਖ ਦੇ ਕੰਟਰੋਲ ਕਰਾਂਗੇ। ਮੈਂ ਤਾਂ ਹੀ ਉਮਰਾ ਨੰਗਲ ਸਾਹਿਬ ਦਾ ਵੱਡਿਆਂ ਦਾ ਨਾਂ ਲਿਆ ਕਿ ਉਹ ਬਹੁਤ ਦਰਵੇਸ਼ ਪੋਲੀਟੀਸ਼ੀਅਨ ਸੀਗੇ। ਉਹਨਾਂ ਦੇ ਉੱਤੇ ਕਦੀ ਵੀ ਬੜੇ ਵਧੀਆ ਡਿਪਾਰਟਮੈਂਟ ਉਹਨਾਂ ਕੋਲ ਰਹੇ, ਉਹਨਾਂ ਦੇ ਵੱਲ ਉਂਗਲ ਖੜੀ ਨਹੀਂ ਕਰ ਸਕਿਆ। ਤੇ ਅੱਜ ਜੇ ਮੇਰੇ ਖਿਆਲ ਕਿ ਪਰਮਰਾਜ ਨੂੰ ਤੇ ਫੀਲ ਨਾ ਹੁੰਦਾ, ਪਰ ਮੈਨੂੰ ਜ਼ਰੂਰ ਹੋ ਰਿਹਾ ਕਿਉਂਕਿ ਮੇਰੇ ਪਿਤਾ ਜੀ ਵੀ ਪੋਲੀਟਿਕਸ 'ਚ ਰਹੇ ਨੇ, ਉਮਰਾ ਨੰਗਲ ਸਾਹਿਬ ਉਹਨਾਂ ਦੇ ਵੀ ਬਹੁਤ ਨਜ਼ਦੀਕ ਰਹੇ ਨੇ। ਔਰ ਇੱਕ ਅਕਾਲੀ ਕਾਂਗਰਸੀ, ਉਹ ਕੱਟੜ ਅਕਾਲੀ ਸੀ। ਮੇਰੇ ਫਾਦਰ ਬੜੇ ਵੱਡੇ ਕਾਂਗਰਸ ਦੇ ਸਪੋਰਟਰ ਸੀ, ਪਰ ਜਿਹੜੀ ਇਮਾਨਦਾਰੀ ਦੇ ਵਿੱਚ ਜਿਹੜੀ ਇਹ ਚੀਜ਼ਾਂ ਨਹੀਂ ਆਉਂਦੀਆਂ। ਤੇ ਮੇਰੇ ਖਿਆਲ ਹੈ ਕਿ ਇਹਨਾਂ ਚੀਜ਼ਾਂ ਦਾ ਇਹਨੂੰ ਹੀ ਪਛਤਾਪ ਕਰਨਾ ਚਾਹੀਦਾ। ਬੇਅਦਬੀ ਮਸਲੇ ਦੀ ਜਾਂਚ ਕਰ ਰਹੇ ਨੇ ਕੁੰਵਰ ਵਿਜੇ ਪ੍ਰਤਾਪ, ਉਹ ਕਹਿੰਦੇ ਕਿ ਮੈਨੂੰ ਧਮਕੀਆਂ ਆਉਂਦੀਆਂ ਰਹੀਆਂ ਨੇ, ਕਹਿੰਦੇ ਮੈਨੂੰ ਡਰਾਇਆ ਜਾ ਰਿਹਾ। ਪਿਛਲੇ ਦਿਨ ਇੰਟਰਵਿਊ ਕੀਤਾ ਸੀ ਉਹਨਾਂ ਨੇ। ਜਿਹੜਾ ਬੰਦਾ ਵੀ ਕੋਈ ਚੰਗਾ ਕੰਮ ਕਰੇਗਾ ਉਹਨੂੰ ਸੱਚਾਈ ਜਿਹੜੀ ਆ ਲੋਕਾਂ ਨੂੰ ਸਾਹਮਣੇ ਲਿਆਉਣ ਲਈ, ਸੱਚੇ ਬੰਦੇ ਨੂੰ ਇਹਨਾਂ ਚੀਜ਼ਾਂ ਦੇ ਲਈ ਧਮਕੀਆਂ ਵੀ ਆਉਂਦੀਆਂ ਨੇ, ਉਹਦਾ ਕ੍ਰਿਟਿਸਿਜ਼ਮ ਵੀ ਹੁੰਦਾ। ਤੇ ਇਹਨਾਂ ਚੀਜ਼ਾਂ ਤੋਂ ਡਰਨਾ ਨਹੀਂ ਕਦੀ ਵੀ ਚਾਹੀਦਾ ਕਿ ਜੇ ਚੰਗੇ ਕੰਮ ਕਰਨੇ ਆ ਤੇ ਕਹਿੰਦੇ ਹੁੰਦੇ ਨੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਤੇ ਜੇ ਚੰਗਾ ਕੰਮ ਕਰਾਂਗਾ ਇਹੋ ਹੀ ਆ। ਜੇ ਕੁੰਵਰ ਵਿਜੇ ਪ੍ਰਤਾਪ ਹੋਣੀ ਚੰਗਾ ਕੰਮ ਕਰ ਰਹੇ ਨੇ
ਤੇ ਇਹ ਜਿਹੜੇ ਪੁਲਿਸ ਦੇ ਵਿੱਚ ਗੰਦੀਆਂ ਮੱਛੀਆਂ ਨੇ ਉਹ ਵੀ ਵਿੱਚ ਨਾਲ ਬੈਠੀਆਂ, ਪਰ ਉਹਦੇ ਵਿੱਚ ਜਿਹੜਾ ਚੰਗਾ ਕੰਮ ਕਰੇਗਾ ਉਹਨੂੰ ਲੋਕ ਐਪਰੀਸ਼ੀਏਟ ਕਰਦੇ। ਪਰ ਐਪਰੀਸ਼ੀਏਟ ਕਰਨ ਵਾਲੇ ਬਹੁਤ ਥੋੜੇ ਲੋਕ ਹੁੰਦੇ ਨੇ ਕਿ ਚੰਗੇ ਕੰਮ ਕਰਨ ਵਾਲੇ ਸੱਚਾਈ ਵਾਲੇ ਬੰਦੇ ਦੀ ਕ੍ਰਿਟਿਸਿਜ਼ਮ ਜ਼ਿਆਦਾ ਹੁੰਦਾ ਤੇ ਉਹਦਾ ਜਿਹੜੇ ਵੈਲਕਮ ਘੱਟ ਹੁੰਦਾ। ਇਸ ਕਰਕੇ ਸੱਚਾਈ ਔਰ ਚੰਗੇ ਕੰਮ ਤੋਂ ਕਦੀ ਵੀ ਆਪਣਾ ਕਦਮ ਪਿੱਛੇ ਨਹੀਂ ਕਰਨਾ ਚਾਹੀਦਾ। ਔਰ ਜਿਹੜੇ ਗੰਦੇ ਲੋਕ ਨੇ ਜਾਂ ਜਿਹੜੇ ਇਹੋ ਜਿਹੇ ਕਰਪਟ ਬੰਦੇ ਨੇ, ਗਵਰਨਮੈਂਟ ਨੂੰ ਸਟ੍ਰਿਕਟ ਐਕਸ਼ਨ ਲੈ ਕੇ, ਮੈਂ ਕਹਿੰਦਾ ਕਿ ਜਿਸ ਬੰਦੇ ਦੇ ਉੱਤੇ ਜੇ ਪ੍ਰੂਵ ਹੁੰਦਾ ਤੇ ਉਹਦਾ ਜਿਹੜੀ 311 ਲਾ ਕੇ ਇਹ ਇਮੀਡੀਏਟਲੀ ਇਹਨਾਂ ਬੰਦਿਆਂ ਨੂੰ ਡਿਸਮਿਸ ਨੈਸ਼ਨਲ ਲੈਵਲ ਤੇ ਜੇ ਆਊਟਸੋਰਸ ਕੀਤੀ ਆ। ਤੇ ਅਕਾਲੀ ਦਲ, ਜੇ ਪੁਰਾਣੇ ਅਕਾਲੀ ਦਲ ਦੀ ਗੱਲ ਲੈ ਲਈਏ, ਜਦੋਂ ਇਸ ਬਾਦਲ ਪਰਿਵਾਰ ਦੇ ਕੰਟਰੋਲ 'ਚ ਨਹੀਂ ਆਇਆ ਤੇ ਉਸ ਵੇਲੇ ਤੇ ਮੈਂ ਕਹਿ ਸਕਦਾ ਕਿ ਅਕਾਲੀ ਦਲ ਲੋਕਾਂ ਦੀ ਪਰਿਵਾਰ ਦੇ ਕੰਟਰੋਲ 'ਚ ਨਹੀਂ ਆਇਆ ਤੇ ਉਸ ਵੇਲੇ ਤੇ ਮੈਂ ਕਹਿ ਸਕਦਾ ਕਿ ਅਕਾਲੀ ਦਲ ਲੋਕਾਂ ਦੀ ਪਾਰਟੀ ਸੀ। ਅੱਜ ਅਕਾਲੀ ਦਲ ਬਾਦਲ ਪ੍ਰਾਈਵੇਟ ਲਿਮਟਿਡ ਬਣ ਗਈ ਆ। ਜਿੱਦਾਂ ਉਹਨਾਂ ਦਾ ਜਿਹੜਾ ਪੀਟੀਸੀ ਉਹਨਾਂ ਨੂੰ ਕਹਿ ਦਿੰਦੇ ਨਾ, ਪ੍ਰਕਾਸ਼ ਤੋਤਾ ਚੈਨਲ ਕਹਿੰਦੇ ਨੇ, ਤੇ ਇਸੇ ਤਰ੍ਹਾਂ ਹੁਣ ਤੋਤੇ ਬਣ ਗਏ ਨੇ ਜਿੰਨੇ ਲੀਡਰ ਨੇ। ਉਸ ਲੈਵਲ ਦੇ ਬੰਦੇ, ਜਿਹੜੇ ਬੰਦੇ ਖੜੇ ਹੁੰਦੇ ਸੀ, ਜਥੇਦਾਰ ਮੋਹਨ ਸਿੰਘ ਤੋੜ ਜਾਂ ਹੋਰ ਜਿਹੜੇ ਪੁਰਾਣੇ ਲੀਡਰ, ਮੈਂ ਜੇ ਨਾਂ ਲੈਣ ਲੱਪਾਂ, ਇੱਥੇ ਹੁੰਦੇ ਸੀਗੇ ਤਲਵੰਡੀ ਸਾਹਿਬ, ਜਥੇਦਾਰ ਟੌਰਾ, ਇਹਨਾਂ ਲੋਕਾਂ ਦੇ ਵਿੱਚ ਜ਼ਰੂਰਤ ਸੀਗੀ। ਮੈਂ ਹੁਣੇ ਤੁਹਾਡੇ ਸਾਹਮਣੇ ਜਥੇਦਾਰ ਉਮਰਾ ਨੰਗਲ ਦਾ ਨਾਂ ਲਿਆ, ਟੈਰਰਿਜ਼ਮ ਦੇ ਵਿੱਚ ਠੋਕ ਕੇ ਅੱਤਵਾਦ ਦੇ ਅਗੇਂਸਟ ਲੜਾਈ ਲੜੀ ਉਹਨਾਂ। ਤੇ ਇਹ ਜਿਹੜੀਆਂ ਚੀਜ਼ਾਂ ਨੇ, ਹੁਣ ਤੇ ਅਕਾਲੀ ਦਲ ਸਿਰਫ ਉਹ ਕਰਦਾ ਜੋ ਇਹ ਕਹਿੰਦੇ ਤੋਤੇ ਜਾਂ ਝੂਠ ਜਾਂ ਆਊਟਸੋਰਸ, ਜਿਹੜੇ ਤੁਸੀਂ ਆਫਿਸ ਵੀ ਦੇਖਿਆ ਹੋਣਾ, ਉਹ ਅਕਾਲੀ ਦਲ ਦਾ। ਕਿਤੇ ਅਕਾਲੀ ਦਲ ਦੇ ਏਡੇ ਵੱਡੇ ਲੀਡਰ ਬੈਠੇ ਹੁੰਦੇ ਤੇ ਕਿੱਥੇ ਅੱਜ ਉੱਥੇ ਨਸ਼ਾ ਵੇਚਣ ਵਾਲੇ ਜਿਹੜੇ ਅਕਾਲੀ ਦਲ ਨੂੰ ਕੰਟਰੋਲ। ਤੇ ਇਹ ਜਿਹੜੀਆਂ ਚੀਜ਼ਾਂ ਨੇ ਪ੍ਰੂਵ ਤਾਂ ਹੋਇਆ ਨਹੀਂ, ਕਹਿੰਦੇ ਕਾਂਗਰਸ ਬਲੇਮ ਹੀ ਕਰਦੀ ਰਹੀ ਕਿ ਨਸ਼ਾ ਵੇਚਣ ਵਾਲੇ, ਕਹਿੰਦੇ ਪ੍ਰੂਵ। ਤੇ ਇਹ ਜਿਹੜੀਆਂ ਚੀਜ਼ਾਂ ਨੇ ਪ੍ਰੂਵ ਤਾਂ ਹੋਇਆ ਨਹੀਂ, ਕਹਿੰਦੇ ਕਾਂਗਰਸ ਬਲੇਮ ਹੀ ਕਰਦੀ ਰਹੀ ਕਿ ਨਸ਼ਾ ਵੇਚਣ ਵਾਲੇ, ਕਹਿੰਦੇ ਪ੍ਰੂਵ ਤਾਂ ਇਹਨਾਂ ਤੋਂ ਹੋਇਆ ਨਹੀਂ। ਨਾ ਹੀ ਕਹਿੰਦੇ ਕਿ ਕੇਬਲ ਮਾਫੀਆ ਦਾ ਲੱਕ ਟੁੱਟਿਆ ਤੁਹਾਡੇ ਕੋਲੋਂ, ਨਾ ਡਰਗ ਮਾਫੀਆ ਦਾ। ਇਹ ਵੀ ਜਿਹੜੇ ਆਫੀਸਰ ਆ ਰਹੇ ਨੇ ਉਹਨਾਂ ਦੇ ਹੀ ਬਲੂ ਆਈਟ ਸੀਗੇ ਜਿਹੜੇ ਆ ਰਹੇ ਨੇ। ਹੌਲੀ ਹੌਲੀ ਤੁਸੀਂ ਕਰੋ, ਆਪਾਂ ਪਹੁੰਚਾਂਗੇ ਉੱਥੇ ਜਿੱਥੇ 4 ਸਾਲ ਹੋ ਗਏ ਰੰਧਾਵਾ ਸਾਹਿਬ, 5ਵੇਂ ਸਾਲ ਲਾਸਟ ਸਾਲ ਦੇ ਵਿੱਚ ਸਾਲ ਕੋਰਟਾਂ ਜਾਂ ਹੋਰ ਕੋਈ ਚੀਜ਼ਾਂ ਬੈਠੀਆਂ ਨੇ। ਹੁਣ ਨਜਾਇਜ਼ ਤੇ ਕਿਸੇ ਨੂੰ ਆਪਾਂ ਫੜ ਕੇ ਅੰਦਰ ਨਹੀਂ ਦੇਣਾ ਤੇ ਜਿਉਂ-ਜਿਉਂ ਇਨਕੁਆਇਰੀ ਚੱਲਦੀ ਆ ਉਹਦੇ 'ਚ ਅਸੀਂ ਕਰੀ ਜਾ ਰਹੇ ਹਾਂ ਔਰ ਹਰ ਬੰਦੇ ਤੇ ਐਕਸ਼ਨ ਆਏਗਾ। ਮੈਂ ਇੱਕ ਚੀਜ਼ ਵਾਕਿਆ ਜਿਹੜੀ ਤੁਸੀਂ ਉਹ ਗੱਲ ਕਹਿੰਦੇ ਨੇ ਕਿ ਅਜੇ ਤੱਕ ਪ੍ਰੂਵ ਕਿਉਂ ਨਹੀਂ ਹੋਇਆ, ਜਿਹੜੀ ਹਾਈ ਕੋਰਟ ਦੇ ਵਿੱਚ ਕਹਾਂਗੇ ਕਿ ਸੀਐਮ ਸਾਹਿਬ ਨੂੰ ਕਿ ਉੱਥੇ ਅਰਲੀ ਹੀਅਰਿੰਗ ਲਈ ਹਾਈ ਕੋਰਟ 'ਚ ਕਰੀਏ, ਅਪਰੋਚ ਕਰੀਏ, ਤਾਂ ਕਿ ਜਿਹੜਾ ਸੀਲਡ ਲਿਫਾਫਾ ਅੰਦਰ ਪਿਆ ਈਡੀ ਔਰ ਪੰਜਾਬ ਪੁਲਿਸ ਦਾ, ਇਹਨੂੰ ਖੋਲ ਕੇ ਲੋਕਾਂ ਸਾਹਮਣੇ ਸੱਚਾਈ ਆਉਣੀ ਚਾਹੀਦੀ ਕਿ ਉਹਦੇ ਬੰਦ ਲਿਫਾਫੇ 'ਚ ਪਿਆ ਕੀ ਆ। ਉਹ ਬੰਦ ਲਿਫਾਫਾ ਖੁੱਲੇ ਲੋਕਾਂ 'ਚ ਜਾਏ, ਉਹਦੇ 'ਚ ਜਿਹੜੀ ਹੈਗੀ ਆ ਹੋਣੀ ਚਾਹੀਦੀ। ਨਾਲ ਹੀ ਤੁਹਾਨੂੰ ਸਾਰਿਆਂ ਨੂੰ ਯਾਦ ਹੈ, ਮੇਰੇ ਖਿਆਲ ਜਾਂ ਤੁਸੀਂ ਨਵੇਂ ਹੋਵੋਗੇ, ਇਹਨਾਂ ਨੇ ਅਸੈਂਬਲੀ ਦੇ ਵਿੱਚ ਤੁਸੀਂ ਇੱਕ ਵਾਰ ਕਿਹੜਾ ਫੜਿਆ ਸੀ, ਭੋਲਾ ਰੈਕਟ, ਭੋਲਾ ਜਿਹੜਾ ਫੜਿਆ ਸੀ ਜਗਦੀਸ਼ ਭੋਲਾ, ਉਹਦੇ 'ਚ ਇਹਨੇ ਸੁਖਬੀਰ ਬਾਦਲ ਨੇ ਐਜ ਹੋਮ ਮਿਨਿਸਟਰ ਕਿਹਾ ਕਿ ਅਸੀਂ 6000 ਕਰੋੜ ਦੀ ਡਰੱਗ ਜਿਹੜੀ ਫੜੀ ਆ, ਉਹ ਮੈਨੂੰ ਤਾਂ ਸਮਝਣੇ ਲਈ ਘਰੇ ਤੇ ਨਹੀਂ ਕਿਤੇ ਲੈ ਗਏ। ਤੇ ਸਾਡੀ ਗਵਰਨਮੈਂਟ ਨੇ ਉਸੇ ਹੀ ਜਿਹੜਾ ਅਸੈਂਬਲੀ ਦੇ ਵਿੱਚ ਜੋ ਇਹ ਬੋਲੇ ਨੇ ਉਸ ਚੀਜ਼ ਨੂੰ ਲੈ ਕੇ 6000 ਕਰੋੜ ਦੀ ਇਨਕੁਆਇਰੀ ਕਰਕੇ ਉਹ ਵੀ ਲੋਕਾਂ ਸਾਹਮਣੇ ਸੱਚਾਈ ਲਿਆਉਣੀ ਪਏਗੀ ਕਿ ਉਹ 6000 ਕਰੋੜ ਭੋਲਾ ਖਾ ਗਿਆ ਜਾਂ ਅਕਾਲੀ ਦਲ ਖਾ ਗਿਆ। ਇਹ ਤਾਂ ਸਾਡੇ ਕੋਲ ਵੀ ਲੋਕ ਕੁਐਸਚਨ ਪੁੱਛਦੇ ਨੇ ਤੇ ਉਹਦੇ 'ਚ ਅਸੀਂ ਵੀ ਕਹਿੰਦੇ ਕਿ ਵਾਕਿਆ ਯਾਰ ਮੈਂ ਵੀ ਐਮਐਲਏ ਸੀ, ਮੇਰੇ ਸਾਹਮਣੇ ਕਿਹਾ ਨਾ ਕਿ ਅਸੀਂ 6000 ਕਰੋੜ ਦੀ ਡਰੱਗ ਫੜ ਲਈ, ਉਹ ਪੁਲਿਸ ਖਾ ਗਈ, ਉਸ ਟਾਈਮ ਦੇ ਪੁਲਿਸ ਆਫੀਸਰ ਖਾ ਗਏ, ਉਸ ਟਾਈਮ ਦਾ ਹੋਮ ਮਿਨਿਸਟਰ ਖਾ ਗਿਆ, ਕਿ ਕੌਣ ਖਾ ਗਿਆ। ਇਹਦੀ ਪ੍ਰੋਪਰ ਜਿਹੜੀ ਇਨਕੁਆਇਰੀ ਹੋਣੀ ਚਾਹੀਦੀ ਹੈ। ਸਾਹਿਬ ਇਲੈਕਸ਼ਨ 'ਚ ਸਮਾਂ ਬਹੁਤ ਘੱਟ ਰਹਿ ਗਿਆ, ਤੁਸੀਂ ਜਿਹੜੇ ਵਾਅਦੇ ਕੀਤੇ ਸੀ ਕਿ ਕੇਬਲ ਮਾਫੀਆ ਦਾ ਲੱਕ ਤੋੜਾਂਗੇ ਅਸੀਂ, ਤਮਾਮ ਚੀਜ਼ਾਂ ਨੂੰ ਲੈ ਕੇ ਰਾਜਾ ਵੜਿੰਗ ਵੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਸੀ ਇਸ ਚੀਜ਼ ਨੂੰ ਲੈ ਕੇ, ਕਿ ਉਹਨਾਂ ਚੀਜ਼ਾਂ ਤੇ ਕਾਰਵਾਈ ਹੋਈ ਹੈ, ਮੰਨਦੇ ਹੋ ਤੁਸੀਂ 4 ਸਾਲਾਂ 'ਚ? ਨਹੀਂ, ਉਹਦੇ ਤੇ ਨਹੀਂ ਹੋਈ। ਵੇਖੋ ਫਾਸਟਵੇ ਜਾਂ ਪੀਟੀਸੀ ਜਿਹੜਾ ਆਪਾਂ ਵਾਅਦੇ ਕੀਤੇ ਸੀ ਕਿ ਉਹਨਾਂ ਨੇ ਤੁਹਾਡੇ ਸਾਰੇ ਚੈਨਲਾਂ ਦੇ ਉੱਤੇ, ਉਹਦੇ 'ਚ ਅਸੀਂ ਪੂਰੇ ਨਹੀਂ ਲੋਕਾਂ ਦੇ ਉੱਤੇ ਉਤਰੇ। ਇਹਦੇ ਤੇ ਸਾਨੂੰ ਐਕਸ਼ਨ ਲੈਣਾ ਚਾਹੀਦਾ ਸੀ ਕਿ ਜੇ ਇੱਕ ਪਰਿਵਾਰ ਦੀ ਮੋਨੋਪੋਲੀ ਜਿਹੜੀ ਹੋਏਗੀ ਇਹ ਨਹੀਂ ਹੋਣੀ ਚਾਹੀਦੀ। ਜਿਹੜੀ ਮੀਡੀਆ ਇਹ ਫਰੀडम ਹੋਣਾ ਚਾਹੀਦਾ, ਇਹਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ। ਇਹਦੇ ਲਈ ਸਾਨੂੰ ਹੋਰ ਕਦਮ ਚੁੱਕਣੇ ਪੈਣਗੇ। ਤੁਸੀਂ ਮਜ਼ਬੂਤ ਹੋ ਉਹਦੇ ਤੇ ਹੋ, ਕੀ ਹੋਣਾ ਚਾਹੀਦਾ? ਜਾਂ ਕੈਪਟਨ ਸਾਹਿਬ ਨਾਲ ਗੱਲਬਾਤ ਨਹੀਂ ਹੋਈ ਤੁਹਾਡੀ ਪਿਛਲੇ ਦਿਨਾਂ ਦੇ ਵਿੱਚ? ਕਿਉਂਕਿ ਜਿੰਨੀ ਵਾਰ ਵੀ ਆਪਾਂ ਪਹਿਲਾਂ ਵੀ ਇੰਟਰਵਿਊ ਕੀਤਾ, ਤੁਸੀਂ ਜਲੰਧਰ ਵੀ ਗਏ ਹੋ, ਕਈ ਵਾਰ ਇਸੇ ਮਸਲੇ ਤੇ ਗੱਲ ਹੋਈ, ਤੁਸੀਂ ਨਾਰਾਜ਼ਗੀ ਵੀ ਜ਼ਾਹਰ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਨਾਲ, ਪਰ ਵਾਅਦੇ ਪੂਰੇ ਕਰਨ ਦਾ ਸਮਾਂ ਤਾਂ ਨਿਕਲਦਾ ਜਾ ਰਿਹਾ, ਕਦੋਂ ਗੱਲਾਂ ਹੋਣਗੀਆਂ? ਬਾਕੀ ਵਾਅਦਾ ਤੇ ਵਾਕਿਆ ਹੀ ਕੈਪਟਨ ਸਾਹਿਬ ਨੇ ਜਿਹੜੀ ਆ ਤੁਸੀਂ ਡਿਪਾਰਟਮੈਂਟਾਂ ਦੀ ਜੇ ਗੱਲ ਕਰੀਏ, ਉਹ ਤੁਹਾਡੇ ਨੂੰ ਮੈਂ ਵੱਖਰੇ ਤੌਰ ਤੇ ਕਰਾਂਗਾ ਕਿ ਜਿਹੜੇ ਅਸੀਂ ਡਿਪਾਰਟਮੈਂਟ ਖੜੇ ਕੀਤੇ ਨੇ। ਹੁਣ ਇਹਦੇ ਜਿਵੇਂ ਮਾਰਕਫੈਡ ਮਿਲਕਫੈਡ ਦੀ ਗੱਲ ਆਪਾਂ ਜੇ ਕਰ ਲੈਂਦੇ ਹਾਂ, ਮਿਲਕਫੈਡ ਦਾ ਮਾਰਕਫੈਡ ਦਾ ਮੈਂ
3 ਸਾਲਾਂ ਦੇ ਵਿੱਚ ਜਦੋਂ ਮੇਰੇ ਕੋਲ ਡਿਪਾਰਟਮੈਂਟ ਆਇਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹ ਜਿਹੜੀ ਦਾਲ ਆਟਾ ਦਾਲ ਸਕੀਮ ਦੇ ਵਿੱਚ ਮਾਰਕਫੈਡ ਕੋਲੋਂ ਉਸ ਵੇਲੇ ਖਰੀਦ ਲਈ ਤੇ ਉਹਦਾ ਲੋਨ ਵੱਧਦਾ 800 ਕਰੋੜ ਤੱਕ ਪਹੁੰਚ ਗਿਆ। ਉਹਦਾ ਮੈਂ 3 ਸਾਲ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕਰਜ਼ਾ 50% ਉਤਾਰ ਦਿੱਤਾ, 380 ਕਰੋੜ ਮੈਂ ਲੋਨ ਹੀ ਉਤਾਰ ਦਿੱਤਾ। ਤੇ ਆ ਜਿਹੜਾ ਹੁਣ ਆਹ ਸਾਲ ਹੈ ਇਹਦੇ 'ਚ ਅਸੀਂ ਤਕਰੀਬਨ ਇਹਨੂੰ ਮਾਰਕਫੈਡ ਨੂੰ ਇੰਡੀਪੈਂਡੈਂਟ ਕਰ ਦਾਂਗੇ, ਜਿਹੜੀ ਕਰਜ਼ੇ ਤੋਂ ਜਿਹੜਾ ਖਤਮ ਕਰ ਦਾਂਗੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਸਾਡੇ ਤੇ ਗੰਦ ਚੜਿਆ ਸੀ। ਤੇ ਉਹਦੇ 'ਚ ਵਾਅਦੇ ਜਿਹੜੇ ਕੀਤੇ ਨੇ ਪੰਜਾਬ ਨੂੰ ਪੈਰਾਂ ਤੇ ਖੜੇ ਕਰਨ ਦਾ, ਜਾਂ ਵੇਖੋ ਠੀਕ ਹੈ ਕਿ ਇਹਨਾਂ ਦਾ ਕ੍ਰਿਟਿਸਿਜ਼ਮ ਚੱਲਦਾ ਕਿ ਜੀ ਇਹਨਾਂ ਨੇ ਕਿ ਪੂਰਾ ਕਰਜ਼ਾ ਮਾਫ ਕਰਾਂਗੇ, ਪੂਰੇ ਕਰਜ਼ੇ ਤੇ ਕੋਲਿਆਂ ਵਾਲਾ ਵੀ ਹੁੰਦਾ ਸੁਰਗਾਂ 'ਚ ਵਾਸਾ ਹੋਏ। ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਉਹਨਾਂ ਨੇ ਆਪਣਾ ਕਰਜ਼ਾ ਆਪਣੀ ਮੌਤ ਤੋਂ ਪਹਿਲਾਂ ਸਾਡਾ 15 ਦਿਨ ਪਹਿਲਾਂ ਪੂਰੇ ਦਾ ਪੂਰਾ ਉਤਾਰ ਕੇ ਗਏ, ਤਾਂ ਕਿ ਉਹਨਾਂ ਦੇ ਮਨ ਤੇ ਬੋਝ ਨਾ ਰਹੇ। ਮੈਂ ਉਸ ਪਰਿਵਾਰ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਆਪਣੇ ਪਿਤਾ ਜੀ ਦੇ ਜਾਣ ਤੋਂ ਪਹਿਲਾਂ ਸਾਰਾ ਕਰਜ਼ਾ, ਜੇ ਇਹੋ ਜਿਹੇ ਬੰਦਿਆਂ ਨੂੰ ਜਿਹੜਿਆਂ ਬੰਦਿਆਂ ਨੂੰ ਲੋੜ ਨਹੀਂ ਸੀ ਕਰਜ਼ਾ ਲੈਣ ਦੀ, ਤੇ ਜੇ ਉਹਨਾਂ ਦੇ ਕਰਜ਼ੇ ਮਾਫ ਕੀਤੇ ਜਾਣ ਤੇ ਕਿਹੜਾ ਸਾਨੂੰ ਕੋਈ ਮਾਫ ਕਰੇਗਾ? ਸਾਨੂੰ ਪਬਲਿਕ ਨਹੀਂ ਕਹੇਗੀ ਕਿ ਜਿਹੜੇ ਡਾਕੂ ਬੈਠੇ ਸੀ ਉਹਨਾਂ ਦੇ ਕਰਜ਼ੇ ਕਿਉਂ ਮਾਫ ਕੀਤੇ? ਜਿਹੜੇ ਲੋੜਵੰਦ ਸੀ। ਤੁਸੀਂ ਮੈਂ ਇੱਕ ਚੀਜ਼ ਤੁਹਾਨੂੰ ਗੱਲ ਪੁੱਛਣੀ ਚਾਹੁੰਦਾ ਕਿ ਜਿਹੜਾ ਪੰਜਾਬ ਦਾ ਛੋਟਾ ਮਾਰਜਨਲ ਫਾਰਮਰ ਆ, ਉਹ ਕਦੇ ਵੀ 25-30 ਲੱਖ ਕਰਜ਼ਾ ਨਹੀਂ ਲੈ ਸਕਦਾ। ਉਹਦਾ 2, 3, 4, 5 ਲੱਖ ਤੱਕ ਉਹਦੀ ਹੈਗੀ ਹੈ। ਉਹਦੇ 'ਚੋਂ ਅਸੀਂ 5 ਲੱਖ 'ਚੋਂ ਵੀ 2 ਲੱਖ ਹੀ ਉਹਨਾਂ ਦਾ ਉਤਾਰਿਆ, ਤੇ ਬਾਕੀ ਜੇ ਕਿਤੇ ਕੋਵਿਡ ਨਾ ਆਉਂਦਾ ਸੀ ਹੋਰ ਵੀ ਚਲਾ ਦੇਣਾ ਸੀ। ਇਸ ਕਰਕੇ ਮੈਂ ਅਕਾਲੀ ਦਲ ਨੂੰ ਕਹਿਣਾ ਚਾਹੁੰਦਾ, ਆਪ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਧਨਾਡਾਂ ਦਾ ਕਰਜ਼ਾ ਮਾਫ ਨਹੀਂ ਕਰਾਂਗੇ, ਅਸੀਂ ਗਰੀਬ ਜਿਹੜੇ ਮਜ਼ਦੂਰ ਕਿਸਾਨ ਨੇ ਉਹਨਾਂ ਦਾ ਕਰਜ਼ਾ ਮਾਫ ਕਰਾਂਗੇ। ਬਾਕੀ ਵਾਅਦੇ ਘਰ ਨੌਕਰੀ ਵਾਲੀ ਗੱਲ, ਉਹ ਤੇ ਖਰੇ ਉਤਰੇ ਹੋ ਤੁਸੀਂ? ਵੇਖੋ, ਮੈਂ ਇੱਕ ਮਿੰਟ ਚੀਜ਼ ਬੜੀ, ਮੇਰੇ ਕੋਲ ਕਿਸ ਦਿਨ ਪਿੰਡ ਆ ਜਾਓ, ਘਰ ਨੌਕਰੀ ਜਿਹੜੀ ਆ ਕਿ ਉਹਨਾਂ ਨੂੰ ਅਸੀਂ ਜਿਹੜਾ ਯੂਥ ਹੈ ਉਹਨਾਂ ਨੂੰ ਕਹਿ ਕੇ ਆਓ ਕਰੀਏ। ਪਰ ਸਾਰੀ ਦੁਨੀਆ ਜਦੋਂ ਸਰਕਾਰੀ ਨੌਕਰੀ 'ਚ ਪੈ ਜਾਏਗੀ ਤੇ ਸਰਕਾਰ ਕੋਲ ਤੇ 50-60 ਹਜ਼ਾਰ ਨੌਕਰੀਆਂ ਸਾਰੀਆਂ ਦੀ ਕਹਿ ਦਿੱਤਾ। ਅੱਜ ਹੀ ਅਸੀਂ ਫੈਸਲਾ ਕੀਤਾ 530 ਬੰਦੇ ਮਿਲਕਫੈਡ 'ਚ ਅਸੀਂ ਰੱਖ ਰਹੇ ਹਾਂ, ਉਹਦੀ ਵੀ ਅਸੀਂ ਐਡ ਦੇ ਦਿੱਤੀ ਹੈ। ਇਸੇ ਤਰ੍ਹਾਂ ਹੀ ਜਿਹੜੇ ਮਾਰਕਫੈਡ ਉਹਦੇ ਅਸੀਂ ਕਰ ਦਿੱਤੀ ਹੈ, ਉਹਦਾ ਸ਼ੂਗਰਫੈਡ ਦੇ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਕਹਿ ਦਿੱਤਾ, ਕੋਆਪਰੇਟਿਵ ਬੈਂਕ ਨੂੰ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਕਹਤਾ ਕਿ ਇਹਨਾਂ ਦੇ ਪੇਪਰ ਤਿਆਰ ਕਰੋ, ਮੈਨੇਜਰ ਜੋ ਅਕਾਊਂਟੈਂਟ ਜਿਹੜੇ ਅਸੀਂ ਆਪਣਾ ਸਾਰਾ ਪ੍ਰੋਗਰਾਮ ਕਰ ਰਹੇ ਹਾਂ। ਇਲੈਕਸ਼ਨ ਤੋਂ ਪਹਿਲਾਂ ਜਿਹੜੇ ਕਾਰਡ ਵੰਡੇ ਸੀ ਘਰ ਨੌਕਰੀ ਵਾਲੇ, ਉਹ ਕੇਜਰੀਵਾਲ ਪਿਛਲੇ ਦਿਨੀ ਹੱਥ 'ਚ ਲੈ ਕੇ ਉਹਨਾਂ ਨੇ ਜਦੋਂ ਸਭਾ ਕੀਤੀ ਆ, ਉਹ ਕਹਿੰਦੇ ਕਿ ਤੁਸੀਂ ਸਾਡੀ ਸਰਕਾਰ ਬਣਾ ਦਿਓ, ਇਹ ਕਾਰਡ ਲੈ ਕੇ ਆ ਜਾਓ, ਅਸੀਂ ਨੌਕਰੀ ਦੇਵਾਂਗੇ ਤੁਹਾਨੂੰ। ਕਿ ਕੇਜਰੀਵਾਲ ਨੂੰ ਕਿਹਾ ਪਹਿਲਾਂ ਦਿੱਲੀ 'ਚ ਤੇ ਦੇ ਦਿਓ, ਉਹਨੂੰ ਉੱਥੇ ਦੇ ਕਹਿੰਦਾ ਕਿ ਜਿਹੜਾ ਮਾਸਕ ਲਾ ਕੇ ਨਾ ਆਏਗਾ ਉਹ ਮੈਂ ਦਿੱਲੀ 'ਚ ਐਂਟਰ ਨਹੀਂ ਕਰਨ ਦੇਣਾ, ਇਹੀ ਉਹਨੇ ਕਿਹਾ ਨਾ। ਤੇ ਇੱਥੇ ਪੰਜਾਬ 'ਚ ਉਹਨੇ ਇੰਨੀ ਦੁਨੀਆ ਇਕੱਠੀ ਕਰਕੇ, ਇਹਦਾ ਮਤਲਬ ਉਹ ਪੰਜਾਬ ਦੇ ਨਾਲ ਉਹਨੂੰ ਕੋਈ ਪਿਆਰ ਨਹੀਂ, ਉਹ ਦਿੱਲੀ ਨੂੰ ਬਚਾਉਣਾ ਚਾਹੁੰਦਾ। ਉਹ ਪਹਿਲਾਂ ਆਪਣਾ ਦਿੱਲੀ ਦੇ ਵਿੱਚ ਆਪਣੇ ਜੋ ਉੱਥੇ ਉਹਦੇ ਨਾਲ ਹੋ ਰਿਹਾ, ਪਹਿਲਾਂ ਉਹਦਾ ਸਟੈਂਡ ਲੈ ਲੇ, ਤੇ ਉਹਦੇ ਬਾਅਦ ਪੰਜਾਬ 'ਚ ਕਰਾਂਗੇ। ਪੰਜਾਬ ਮਜ਼ਬੂਤ ਆ, ਇਹ ਆਪਣੇ ਕਿਸਾਨਾਂ ਦੇ ਨਾਲ ਵੀ ਹੈ। ਜਿਹੜੀ ਐਜੀਟੇਸ਼ਨ ਸੀਗੀ, ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜੇ ਕੇਜਰੀਵਾਲ ਹੁੰਦਾ ਤੇ ਐਜੀਟੇਸ਼ਨ ਦਿੱਲੀ ਤੱਕ ਨਾ ਪਹੁੰਚਣ ਦਿੰਦਾ, ਇਹਨੇ ਹੁਣ ਤੱਕ ਐਜੀਟੇਸ਼ਨ ਖਤਮ ਕਰ ਦੇਣੀ ਸੀ। ਇਹ ਕਰਕੇ ਇਹ ਆਣ ਕੇ ਝੂਠ ਬੋਲੀ ਜਾਣ। ਤੇ ਜਿਹੜਾ ਕਹਿੰਦਾ, ਮੈਂ ਤੇ ਇਹਨਾਂ ਨੂੰ ਆਪ ਨੂੰ ਪੁੱਛ ਰਿਹਾ ਕਿ ਮੈਨੂੰ ਇੱਕ ਚੀਜ਼ ਤੇ ਦੱਸ ਦਿਓ ਕਿ ਤੁਸੀਂ ਕਹਿੰਦੇ ਹੋ ਕਿ ਪੋਲੂਸ਼ਨ ਦੀ ਗੱਲ, ਪਰਾਲੀ ਦੀ ਗੱਲ ਕਰਦੇ ਨੇ, ਤੇ ਇਹ ਚੁੱਕ ਕੇ ਪਰਾਲੀ ਦਾ ਧੂੰਆਂ ਜਿਹੜਾ ਕਹਿੰਦਾ ਸਾਡਾ ਦਿੱਲੀ 'ਚ ਪਹੁੰਚ ਗਿਆ, ਇਹਦਾ ਮਤਲਬ ਹਰਿਆਣੇ ਦਾ ਧੂੰਆਂ ਜਾਂਦਾ ਹੀ ਨਹੀਂ ਦਿੱਲੀ 'ਚ। ਇਹ ਤੇ ਐਂਟੀ ਪੰਜਾਬੀ ਆ, ਔਰ ਐਂਟੀ ਪੰਜਾਬੀ ਰਹੇਗਾ ਅਕਾਲੀ ਦਲ ਔਰ ਆਪ ਜਿਹੜੀ ਆ ਬੀਜੇਪੀ ਦੀ ਵੀ ਟੀਮ ਆ। ਆਖਰੀ ਸਵਾਲ ਹੈ ਮੇਰਾ, ਪ੍ਰਸ਼ਾਂਤ ਕਿਸ਼ੋਰ ਲਾਉਣਗੇ 2022 ਚ ਨਈਆ ਪਾਰ, ਕਿਉਂਕਿ ਡਾਇਰੈਕਟ ਮੀਟਿੰਗ ਕਰ ਰਹੇ ਆ, ਤੇ ਸੁਨੀਲ ਜਾਖੜ ਨੂੰ ਬਾਈਪਾਸ ਕਰਕੇ ਨਹੀਂ ਵਿਧਾਇਕਾਂ ਦੇ ਨਾਲ ਮੀਟਿੰਗ ਹੋਈ? ਕਹਿ ਦੇਣੀ ਚਾਹੁੰਦਾ ਕਿ ਜਿਹੜੇ ਸਟ੍ਰੈਟਜੀ ਬਣਾਉਂਦੇ ਆ ਸਿਰਫ ਸਟ੍ਰੈਟਜੀ ਬਣਾਉਂਦੇ ਆ, ਨਈਆ ਪਾਰ ਪੋਲੀਟੀਕਲ ਬੰਦੇ ਲਾਉਂਦੇ ਆ। ਅਸੀਂ ਆਪਣੇ ਜਿਹੜੇ ਕੰਮ ਕੀਤੇ ਨੇ, ਜਿਹੜੇ ਗੱਲਾਂ ਕੀਤੀਆਂ ਨੇ, ਉਹਦਾ ਅਸੀਂ ਲੋਕਾਂ 'ਚ ਆਪਣਾ ਲੈ ਕੇ ਜਾਵਾਂਗੇ ਔਰ ਦੱਸਾਂਗੇ ਕਿ ਪੰਜਾਬ ਗਵਰਨਮੈਂਟ ਨੇ ਆਹ ਕੰਮ ਕੀਤੇ ਨੇ, ਉਹਨਾਂ ਤੇ ਅਸੀਂ ਇਲੈਕਸ਼ਨ ਲੜਾਂਗੇ। ਇਹ ਸਟ੍ਰੈਟਜੀ ਜ਼ਰੂਰ ਬਣਦੀ ਹੁੰਦੀ ਹੈ ਕਿ ਆਹ ਚੀਜ਼ਾਂ ਕਰਨੀਆਂ, ਉਹਨਾਂ ਚੀਜ਼ਾਂ ਦੇ ਲਈ ਸਟ੍ਰੈਟਜਿਸਟ ਤੇ ਰੱਖੇ ਜਾਂਦੇ ਆ, ਪਰ ਜਿਹੜੀ ਨਈਆ ਪਾਰ ਲਾਉਂਦੇ ਆ ਪੋਲੀਟੀਕਲ ਬੰਦੇ ਲਾਉਂਦੇ ਆ। ਸੁਖਜਿੰਦਰ ਸਿੰਘ ਰੰਧਾਵਾ ਸਾਡੇ ਨਾਲ ਮੌਜੂਦ ਸਨ। ਇਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਸਮ ਖਾਧੀ ਸੀ ਉਹ ਵਾਅਦੇ ਪੂਰੇ ਹੋ ਰਹੇ ਨੇ, ਪਰ ਥੋੜਾ ਬਹੁਤ ਨਾਰਾਜ਼ਗੀ ਵੀ ਜ਼ਾਹਿਰ ਕਰ ਰਹੇ ਨੇ ਕਿ ਜਿਸ ਹਿਸਾਬ ਦੇ ਨਾਲ ਵਾਅਦੇ ਕੀਤੇ ਸੀ ਉਸ ਦੇ ਮੁਤਾਬਕ ਵਾਅਦੇ ਪੂਰੇ ਨਹੀਂ ਹੋ ਪਾਏ, ਕਿਉਂਕਿ 5 ਸਾਲਾਂ ਦੇ ਵਿੱਚ ਜੋ ਵਾਅਦੇ ਪੂਰੇ ਕਰਨੇ ਸੀ, ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਾਅਦੇ ਵੀ ਪੂਰੇ ਹੁੰਦੇ ਹੋਏ ਨਜ਼ਰ ਆਉਣਗੇ ਤੇ ਸਰਕਾਰ ਬਣਾਉਣ ਦਾ ਵੀ ਦਾਅਵਾ ਕੀਤਾ ਜਾ ਰਿਹਾ। ਕੈਮਰਾਮੈਨ ਕਮਲ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।